ਉਹਨਾਂ ਨੇ ਜੀ ਜਿਹੜਾ ਐਤਕੀ ਇਹ ਰੱਖਿਆ ਵੀ ਡਰਾਈਵ ਥਰੂ ਲੋਕਾਂ ਨੂੰ ਕਿਹਾ ਵੀ ਤੁਸੀਂ ਆਓ। ਕ੍ਰਿਸਟੀਨਾ ਗ੍ਰੇ ਐਨਡੀਪੀ ਦੀ ਐਮਐਲਏ ਆ ਜੀ, ਪਹਿਲਾਂ ਮਿਨਿਸਟਰ ਵੀ ਰਹਿ ਚੁੱਕੀ ਹੈ ਲੇਬਰ ਦੀ। ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਰੱਖਿਆ ਸੀ ਵੀ ਕਾਰਾਂ ਦੇ ਵਿੱਚ ਲੋਕ ਆ ਰਹੇ ਸੀਗੇ, ਉਹ ਦੂਰੋਂ ਹੀ ਉਹਨਾਂ ਨੂੰ, ਕਿਉਂਕਿ ਵਰਖਾ ਵੀ ਹੋ ਰਹੀ ਸੀ ਤੇ ਦੂਰੋਂ ਹੀ ਬਾਏ ਬਾਏ ਹੋ ਰਹੀ ਸੀ, ਹਾਏ ਬਾਏ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ ਕੈਨੇਡਾ ਡੇ ਦੀਆਂ। ਤੇ ਲੋਕ ਵਲੰਟੀਅਰਸ ਤੋਂ ਉਹ ਜਿਹੜੇ ਹੌਟ ਡੌਗ ਜਾਂ ਬਰਗਰ ਸਰਵ ਕੀਤੇ ਜਾ ਰਹੇ ਸੀ, ਉਹ ਲੈ ਕੇ ਦੂਸਰੇ ਪਾਸੇ ਦੀ ਗੱਡੀ ਬਾਹਰ ਜਾ ਰਹੀ ਸੀਗੀ ਪਾਰਕਿੰਗ ਲੋਟ 'ਚੋਂ। ਇਹ ਜਿਹੜਾ ਕੋਵਿਡ-19 ਵਾਲੀ ਗੱਲਬਾਤ ਹੈ, ਇਹ ਠੰਡੀ ਪੈ ਜਾਏਗੀ ਜਾਂ ਇਹਦੇ ਤੇ ਕਾਬੂ ਕਰ ਲਿਆ ਜਾਏਗਾ, ਔਰ ਕੰਮ ਕਰ ਜਿਹੜੇ ਨੇ ਮੁੜ ਪਹਿਲਾਂ ਵਾਂਗ ਜਿਹੜੇ ਆ ਉੱਦਾਂ ਤਾਂ ਨਹੀਂ ਹੋ ਸਕਣਗੇ, ਪਰ ਜਿੱਥੋਂ ਤੱਕ ਹੋ ਸਕਿਆ ਉਹ ਕਹਿੰਦੇ ਜੀ ਇਹਨਾਂ ਨੂੰ ਰਵਾਂ ਰਵੀ ਚਲਾਉਣ ਦੀ ਗੱਲ ਜਿਹੜੀ ਆ ਹੋਵੇਗੀ। ਕਿਉਂਕਿ ਸਾਡੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਵੀ ਪਿਛਲੇ ਦਿਨੀ ਜੀ ਅਨਾਉਂਸ ਕੀਤਾ ਸੀਗਾ ਕਿ ਅਸੀਂ $10 ਬਿਲੀਅਨ ਜਿਹੜਾ ਉਹ ਇਨਵੈਸਟ ਕਰ ਰਹੇ ਹਾਂ ਇਨਫਰਾਸਟ੍ਰਕਚਰ ਦੇ ਵਿੱਚ, ਤਾਂ ਕਿ ਜਿਹੜੀਆਂ ਜੌਬਸ ਨੇ ਉਹਦੇ ਨਾਲ ਉਹ ਕਹਿੰਦੇ ਜੀ 50,000 ਜੌਬ ਜਿਹੜੀ ਆ ਕ੍ਰੀਏਟ ਹੋਵੇਗੀ। ਪਰ ਹੋਇਆ ਇਹ ਕਿ ਜਦੋਂ ਹੀ ਉਹਨਾਂ ਨੇ ਉਧਰ ਅਨਾਉਂਸਮੈਂਟ ਇਹ ਕਰ ਰਹੇ ਸੀ, ਇੱਕ ਕ੍ਰੈਡਿਟ ਰੇਟਿੰਗ ਏਜੰਸੀ ਹੈ ਫਿਚ, ਉਹਨਾਂ ਨੇ ਉਸੇ ਵੇਲੇ ਹੀ ਕੀ ਕਹਿੰਦੇ ਹੁੰਦੇ ਜੀ ਅਲਬਰਟਾ ਦੀ ਕ੍ਰੈਡਿਟ ਰੇਟਿੰਗ ਜਿਹੜੀ ਆ ਉਹ ਘਟਾ ਦਿੱਤੀ। ਯਾਨੀ ਕਿ ਹੁਣ ਜੇ ਅਲਬਰਟਾ ਪੈਸੇ ਹੋਰ ਕਿਤੇੋਂ ਕੀ ਕਹਿੰਦੇ ਲੋਨ ਲੈਣਾ ਆ ਤੇ ਉਹ ਮਹਿੰਗਾ ਮਿਲੇਗਾ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹਰ ਥਰਸਡੇ ਹਰ ਵੀਰਵਾਰ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਐਡਮਿੰਟਨ ਸਟੂਡੀਓ ਤੋਂ ਸਰਦਾਰ ਕੁਲਮੀਤ ਸਿੰਘ ਸੰਘਾ ਹੋਣਾ ਨਾਲ। ਅਲਬਰਟਾ ਦੀ ਅਪਡੇਟ ਅਸੀਂ ਲੈਂਦੇ ਹਾਂ ਔਰ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਹੋਣਾ ਨਾਲ ਅਸੀਂ ਗੱਲਬਾਤ ਕਰਨੀ ਹੈ। ਐਡਮਿੰਟਨ ਤੋਂ ਅਲਬਰਟਾ ਤੋਂ ਬਹੁਤ ਸਾਰੀਆਂ ਖਬਰਾਂ ਨੇ, ਬਹੁਤ ਸਾਰੀਆਂ ਅਪਡੇਟਸ ਨੇ। ਸਭ ਤੋਂ ਮੁੱਖ ਜਿਹੜੀ ਸਾਡਾ ਧਿਆਨ ਮੰਗਦੀ ਹੈ ਖਬਰ ਕਿ ਕੋਵਿਡ-19 ਦੀ ਉੱਥੇ ਕੀ ਸਿਚੁਏਸ਼ਨ ਆ, ਕੰਮਾਂ ਕਾਰਾਂ ਦੀ ਕੀ ਹਾਲਤ ਆ। ਕੱਲ੍ਹ ਕੈਨੇਡਾ ਡੇ ਸੀ, ਉਹਦੀਆਂ ਸੈਲੀਬ੍ਰੇਸ਼ਨਸ ਕਿਸ ਤਰੀਕੇ ਦੇ ਨਾਲ ਕੀਤੀਆਂ ਗਈਆਂ, ਉੱਥੇ ਹੋਰ ਮਾਰਕੀਟ ਦੇ ਵਿੱਚ ਕੀ ਇਸ ਵੇਲੇ ਚੱਲ ਰਿਹਾ, ਉਹ ਸਾਰੀ ਅਪਡੇਟ ਆਪਾਂ ਸਰਦਾਰ ਕੁਲਮੀਤ ਸਿੰਘ ਸੰਘਾ ਹੋਣਾ ਤੋਂ ਲਵਾਂਗੇ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੇ ਨਾਲ ਹੋਣਗੇ, ਕੋਵਿਡ-19 ਬਾਰੇ ਜਾਣਕਾਰੀ ਦੇਣਗੇ। ਉਹਦੇ ਨਾਲ ਅਸੀਂ ਉਹਨਾਂ ਦੇ ਨਾਲ ਇੱਕ ਲਗਾਤਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਔਰ ਅੱਜ ਕੱਲ੍ਹ ਅਸੀਂ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਆ ਸਾਡੇ ਡਾਈਜੈਸਟਿਵ ਸਿਸਟਮ ਬਾਰੇ, ਸਾਡੀ ਪਾਚਨ ਪ੍ਰਣਾਲੀ ਬਾਰੇ। ਅਸੀਂ ਖਾਂਦੇ ਕੀ ਆ, ਪਚਦਾ ਕਿੱਦਾਂ ਆ, ਕਿੱਥੇ ਜਾਂਦਾ, ਕਿੰਨਾ ਖਾਣਾ ਚਾਹੀਦਾ, ਕੀ ਖਾਣਾ ਚਾਹੀਦਾ, ਪਾਣੀ ਕਦੋਂ ਪੀਣਾ ਚਾਹੀਦਾ, ਐਸਿਡ ਕਿਉਂ ਬਣਦਾ, ਜਿਹੜਾ ਇਹ ਸਾਰੀਆਂ IBS ਕੀ ਆ, ਇਹ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਉਹਨਾਂ ਨਾਲ ਇਹ ਗੱਲਬਾਤ ਕਰਾਂਗੇ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਕੁਲਮੀਤ ਸਿੰਘ ਸੰਘਾ ਜੀ ਐਡਮਿੰਟਨ ਸਟੂਡੀਓਜ਼ ਤੋਂ। ਸੰਘਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਧੰਨਵਾਦ ਜਸਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਘਾ ਸਾਹਿਬ, ਕੀ ਅਪਡੇਟ ਅਲਬਰਟਾ ਤੋਂ ਐਡਮਿੰਟਨ ਤੋਂ ਜੀ? ਦੇਖੋ ਜੀ, ਪਹਿਲਾਂ ਤਾਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਕੱਲ ਕੈਨੇਡਾ ਡੇ ਜਿਹੜਾ ਜੀ ਮਨਾਇਆ ਗਿਆ, ਔਰ ਉਸ ਕੈਨੇਡਾ ਡੇ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਵੀ ਕਿਉਂਕਿ ਕੋਵਿਡ-19 ਕਰਕੇ ਪ੍ਰੋਬਲਮ ਚੱਲ ਰਹੀਆਂ ਨੇ ਹਰ ਪਾਸੇ ਹੀ, ਉਹਦੇ ਤੇ ਕਾਫੀ ਜਿਹੜਾ ਉਹਨਾਂ ਨੇ ਦੂਰੀ ਬਣਾਈ ਰੱਖਣ ਵਾਲੀ ਗੱਲਬਾਤ ਕੀਤੀ। ਅਸੀਂ ਕੱਲ ਜੀ ਦੋ ਜਿਹੜੇ ਸਾਡੇ ਇੱਧਰ ਸਾਊਥ ਸਾਈਡ ਦੇ ਵਿੱਚ MLA ਨੇ, ਉਹਨਾਂ ਦੀਆਂ ਕਾਂਸਟੀਚੁਐਂਸੀਜ਼ ਵਿੱਚ ਗਏ ਸੀ। ਅੱਛਾ ਜੀ। ਉੱਥੇ ਦੇਖਿਆ ਕਿ ਉਹ ਕਿਸ ਤਰ੍ਹਾਂ ਮਨਾ ਰਹੇ ਸੀਗੇ ਕੈਨੇਡਾ ਡੇ ਜੀ। ਉਹਨਾਂ ਨੇ ਜੀ ਜਿਹੜਾ ਐਤਕੀ ਇਹ ਰੱਖਿਆ ਵੀ ਡਰਾਈਵ ਥਰੂ ਲੋਕਾਂ ਨੂੰ ਕਿਹਾ ਵੀ ਤੁਸੀਂ ਆਓ। ਕ੍ਰਿਸਟੀਨਾ ਗ੍ਰੇ NDP ਦੀ MLA ਆ ਜੀ, ਪਹਿਲਾਂ ਮਿਨਿਸਟਰ ਵੀ ਰਹਿ ਚੁੱਕੀ ਹੈ ਲੇਬਰ ਦੀ। ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਰੱਖਿਆ ਸੀ ਵੀ ਕਾਰਾਂ ਦੇ ਵਿੱਚ ਲੋਕ ਆ ਰਹੇ ਸੀਗੇ, ਉਹ ਦੂਰੋਂ ਹੀ ਉਹਨਾਂ ਨੂੰ, ਕਿਉਂਕਿ ਵਰਖਾ ਵੀ ਹੋ ਰਹੀ ਸੀ ਤੇ ਦੂਰੋਂ ਹੀ ਬਾਏ ਬਾਏ ਹੋ ਰਹੀ ਸੀ, ਹਾਏ ਬਾਏ ਵਧਾਈਆਂ ਦਿੱਤੀਆਂ ਜਾ ਰਹੀਆਂ ਸੀ ਕੈਨੇਡਾ ਡੇ ਦੀਆਂ। ਤੇ ਲੋਕ ਵਲੰਟੀਅਰਸ ਤੋਂ ਉਹ ਜਿਹੜੇ ਹੌਟ ਡੌਗ ਜਾਂ ਬਰਗਰ ਸਰਵ ਕੀਤੇ ਜਾ ਰਹੇ ਸੀ, ਉਹ ਲੈ ਕੇ ਦੂਸਰੇ ਪਾਸੇ ਦੀ ਗੱਡੀ ਬਾਹਰ ਜਾ ਰਹੀ ਸੀਗੀ ਪਾਰਕਿੰਗ ਲੋਟ 'ਚੋਂ ਜੀ। ਔਰ ਦੂਸਰੇ ਪਾਸੇ ਜਸਵੀਰ ਦਿਓਲ ਹੋ ਰਹੀ ਸੀ ਜੀ, ਉਹਨਾਂ ਦੇ ਵੀ ਇਸੇ ਤਰ੍ਹਾਂ ਦਾ ਮਾਹੌਲ ਸੀ ਕਿ ਉੱਥੇ ਲਿਫਾਫਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਸਮੋਸੇ ਤੇ ਪਾਣੀ ਵਾਲੀਆਂ ਬੋਤਲਾਂ ਰੱਖੀਆਂ ਹੋਈਆਂ ਸੀ, ਉਹ ਵੀ ਗੱਡੀ ਦੇ ਵਿੱਚ ਹੀ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਸੀ ਵੀ ਲੋਕ ਆਈ ਜਾ ਰਹੇ ਸੀਗੇ, ਗੱਡੀ ਦੇ ਵਿੱਚ ਹੀ ਦੇ ਰਹੇ ਸੀ, ਤਾਂ ਕਿ ਬਕਾਇਦਾ ਜਿਹੜਾ ਫਾਸਲਾ ਲੋਕਾਂ ਦਾ ਬਣਿਆ ਰਵੇ, ਰਾਦਰ ਦੈਨ ਵੀ ਕਿਸੇ ਨੂੰ ਟੱਚ ਕੀਤਾ ਜਾਵੇ। ਇੱਦਾਂ ਦੀ ਨਹੀਂ ਸੀ ਜੀ ਗੱਲ, ਦੂਰ ਦਰੇਡੇ ਖੜਿਆਂ ਹੋ ਕੇ ਹੀ ਸਾਰੀ ਗੱਲਬਾਤ ਕੀਤੀ ਗਈ। ਔਰ ਉਹਨਾਂ MLAs ਨੇ ਵੀ ਜਿਹੜਾ ਹੈਗਾ
ਕੈਨੇਡਾ ਡੇ ਤੇ ਲੋਕਾਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਔਰ ਆਸ ਕਰਦੇ ਸਾਰੇ ਵੀ ਛੇਤੀ ਇਹ ਜਿਹੜਾ ਕੋਵਿਡ-19 ਵਾਲੀ ਗੱਲਬਾਤ ਹੈ ਇਹ ਠੰਡੀ ਪੈ ਜਾਏਗੀ ਜਾਂ ਇਹਦੇ ਤੇ ਕਾਬੂ ਕਰ ਲਿਆ ਜਾਏਗਾ ਔਰ ਕੰਮਕਾਰ ਜਿਹੜੇ ਨੇ ਮੁੜ ਪਹਿਲਾਂ ਵਾਂਗ ਜਿਹੜੇ ਆ ਉੱਦਾਂ ਤਾਂ ਨਹੀਂ ਹੋ ਸਕਣਗੇ, ਪਰ ਜਿੱਥੋਂ ਤੱਕ ਹੋ ਸਕਿਆ ਉਹ ਕਹਿੰਦੇ ਜੀ ਇਹਨਾਂ ਨੂੰ ਰਵਾਂ-ਰਵੀਂ ਚਲਾਉਣ ਦੀ ਗੱਲ ਜਿਹੜੀ ਆ ਹੋਵੇਗੀ। ਕਿਉਂਕਿ ਸਾਡੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਵੀ ਪਿਛਲੇ ਦਿਨੀ ਜੀ ਅਨਾਉਂਸ ਕੀਤਾ ਸੀਗਾ ਕਿ ਅਸੀਂ $10 ਬਿਲੀਅਨ ਜਿਹੜਾ ਉਹ ਇਨਵੈਸਟ ਕਰ ਰਹੇ ਹਾਂ ਇਨਫਰਾਸਟ੍ਰਕਚਰ ਦੇ ਵਿੱਚ, ਤਾਂ ਕਿ ਜਿਹੜੀਆਂ ਜੌਬਸ ਨੇ ਉਹਦੇ ਨਾਲ ਉਹ ਕਹਿੰਦੇ ਜੀ 50,000 ਜੌਬ ਜਿਹੜੀ ਆ ਕ੍ਰੀਏਟ ਹੋਵੇਗੀ। ਦੇਖੋ ਗੱਲ ਚੰਗੀ ਹੈ ਜੀ, ਇਨਫਰਾਸਟ੍ਰਕਚਰ ਲਈ ਕੋਈ ਬਿਲਡਿੰਗਾਂ ਜਾਂ ਸੜਕਾਂ ਬਣ ਗਈਆਂ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਪਰ ਹੋਇਆ ਇਹ ਕਿ ਜਦੋਂ ਹੀ ਉਹਨਾਂ ਨੇ ਉਧਰ ਅਨਾਉਂਸਮੈਂਟ ਇਹ ਕਰ ਰਹੇ ਸੀ, ਇੱਕ ਕ੍ਰੈਡਿਟ ਰੇਟਿੰਗ ਏਜੰਸੀ ਹੈ ਫਿਚ, ਉਹਨਾਂ ਨੇ ਉਸੇ ਵੇਲੇ ਹੀ ਕੀ ਕਹਿੰਦੇ ਹੁੰਦੇ ਜੀ ਅਲਬਰਟਾ ਦੀ ਕ੍ਰੈਡਿਟ ਰੇਟਿੰਗ ਜਿਹੜੀ ਆ ਉਹ ਘਟਾ ਦਿੱਤੀ। ਯਾਨੀ ਕਿ ਹੁਣ ਜੇ ਅਲਬਰਟਾ ਪੈਸੇ ਹੋਰ ਕਿਤੇੋਂ ਕੀ ਕਹਿੰਦੇ ਲੋਨ ਲੈਣਾ ਆ ਤੇ ਉਹ ਮਹਿੰਗਾ ਮਿਲੇਗਾ। ਸੋ ਇਹ ਸਿਚੁਏਸ਼ਨ ਆ, ਪਤਾ ਨਹੀਂ ਹੁਣ ਉਹ ਅਗਾਂਹ ਕਿਵੇਂ ਪਲੇ ਆਊਟ ਕਰਦੀ ਹੈ ਜੀ ਇਨ ਰੀਅਲ ਲਾਈਫ ਆਉਣ ਵਾਲੇ ਦਿਨਾਂ ਦੇ ਵਿੱਚ। ਦੂਸਰੀ ਗੱਲ ਇੱਥੇ ਜੀ ਇੱਕ ਜਿਹੜੀ ਇਕੋਨਮੀ ਵਾਲੇ ਪੱਖ ਤੋਂ ਹੀ ਆ ਇਹ ਵੀ ਕਿ 70% ਜਿਹੜੇ ਟੂਰਿਜ਼ਮ ਦੇ ਨਾਲ ਰਿਲੇਟਡ ਬਿਜ਼ਨੈਸਿਸ ਹੈਗੇ ਆ ਉਹਨਾਂ ਦਾ ਕਹਿਣਾ ਜੀ ਵੀ ਜੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮਦਦ ਨਾ ਮਿਲੀ ਤੇ ਉਹ ਬੰਦ ਹੋ ਜਾਣਗੇ। ਤੁਹਾਨੂੰ ਪਤਾ ਜੀ ਜਿਹੜਾ ਬੈਂਫ ਦਾ ਇਲਾਕਾ ਹੋਇਆ ਜਾਂ ਜੈਸਪਰ ਦਾ ਇਲਾਕਾ ਹੋਇਆ, ਉੱਥੇ ਅੰਤਰਰਾਸ਼ਟਰੀ ਹੀ ਜਿਹੜੇ ਟਰੈਵਲਰਸ ਆਉਂਦੇ ਆ ਜੀ, ਖਰਚਾ ਵਰਚਾ ਕਰਦੇ ਨੇ, ਉਹਨਾਂ ਨਾਲ ਇਸ ਇਲਾਕੇ ਦੀ ਜਿਹੜੀ ਇਕੋਨਮੀ ਆ ਉਹ ਚੱਲਦੀ ਆ। ਹੁਣ ਕਿਉਂਕਿ ਬਾਹਰੋਂ ਲੋਕ ਆ ਨਹੀਂ ਰਹੇ, ਬੰਦ ਹੈ ਸਿਲਸਿਲਾ ਜੀ, ਫਲਾਈਟਸ ਨਹੀਂ ਆ ਰਹੀਆਂ, ਬਾਹਰੋਂ ਟਰੈਵਲਰ ਨਹੀਂ ਆ ਰਹੇ, ਤੇ ਇਸ ਕਰਕੇ ਉੱਥੇ ਉਹਨਾਂ ਨੂੰ ਹੁਣ ਫਿਕਰ ਪਿਆ ਹੋਇਆ ਜਿਹੜੇ ਉੱਥੇ ਲੋਕ ਬਿਜ਼ਨਸ ਕਰਦੇ ਨੇ, ਚਾਹੇ ਉਹ ਰਹਿਣ ਦਾ ਚਾਹੇ ਉੱਥੇ ਰੈਸਟੋਰੈਂਟ ਨੇ, ਉਹ ਸਾਰੀ ਇੰਡਸਟਰੀ ਜਿਹੜੀ ਜੀ ਹੁਣ ਇਸ ਵੇਲੇ ਖਤਰੇ ਵਿੱਚ ਆ। ਉਹ ਕਹਿੰਦੇ ਵੀ ਜੇ ਸਾਨੂੰ ਸਰਕਾਰ ਨੇ ਮਦਦ ਨਾ ਦਿੱਤੀ ਤੇ ਸਾਡੇ 70% ਜਿਹੜੇ ਬਿਜ਼ਨੈਸਿਸ ਹੈਗੇ ਆ ਉਹ ਬੰਦ ਹੋ ਸਕਦੇ ਨੇ। ਇਹ ਤਾਂ ਸੀ ਜੀ ਜਿਹੜੀਆਂ ਕੁਝ ਇਕੋਨਮੀ ਦੇ ਨਾਲ ਰਿਲੇਟਡ ਗੱਲਬਾਤ। ਦੂਸਰਾ ਜਿਹੜਾ ਕੋਵਿਡ-19 ਦੀ ਗੱਲ ਹੈ ਜੀ, ਉਹਦੇ ਤੇ ਸੂਬੇ ਦੇ ਵਿੱਚ 2 ਹੌਟ ਸਪੌਟ ਨੇ, ਇੱਕ ਕੈਲਗਰੀ ਸੈਂਟਰ ਔਰ ਦੂਸਰਾ ਹੈ ਐਡਮਿੰਟਨ ਦੇ ਵਿੱਚ ਐਡਮਿੰਟਨ ਮਿਲਵੁੱਡਸ ਵੈਸਟ ਦੱਸਿਆ ਗਿਆ, ਕਿਉਂਕਿ ਇੱਥੇ ਜਿਹੜੇ ਕੇਸ ਆ ਜੀ ਉਹ 50 ਪਰ 100,000 ਤੋਂ ਜ਼ਿਆਦਾ ਹੋਏ ਨੇ। ਇਸ ਕਰਕੇ ਉਹ ਫਿਕਰ ਲੱਗਾ ਹੋਇਆ ਵੀ ਕਿਤੇ ਕੇਸ ਜਿਹੜੇ ਆ ਜੀ ਵੱਧ ਨਾ ਜਾਣ। ਹਾਲਾਂਕਿ ਉਹ ਕਹਿੰਦੇ ਜੀ ਵੀ ਇਹ ਪਹਿਲਾਂ ਨਾਲੋਂ ਮਤਲਬ ਇੰਨੇ ਨੰਬਰ ਜ਼ਿਆਦਾ ਨਹੀਂ ਹੈ, ਪਰ ਸਟਿਲ ਉਹ ਫਿਕਰਮੰਦ ਨੇ ਵੀ ਇਸ ਤਰ੍ਹਾਂ ਨਹੀਂ ਵਧਣੇ ਚਾਹੀਦੇ, ਕੰਟਰੋਲ ਕਰਨਾ ਚਾਹੀਦਾ। ਕਿਉਂਕਿ ਰੀਲਾਂਚ ਕੀਤਾ ਹੋਇਆ ਜੀ, ਓਪਨਿੰਗ ਅਪ ਆਰੰਭੀ ਆ ਅਲਬਰਟਾ ਨੇ, ਜਿਹਦੇ ਵਿੱਚ ਅੱਗੇ 100 ਵਿਅਕਤੀ ਜਿਹੜੇ ਆਊਟਡੋਰ ਸੀ ਜੀ ਉਹ 100 ਦੀ ਗਿਣਤੀ ਸੀਗੀ, ਪਰ ਹੁਣ ਉਹ ਵਧਾ ਕੇ 200 ਕਰ ਦਿੱਤੀ ਗਈ ਆ। ਜਿਵੇਂ ਪਾਰਕਸ ਦੇ ਵਿੱਚ ਕੋਈ ਫੈਸਟੀਵਲ ਆ ਜਾਂ ਕੋਈ ਹੋਰ ਪਰਫਾਰਮੈਂਸ ਹੋ ਰਹੀ ਆ, ਉਹਦੇ ਲਈ ਉਹਨਾਂ ਨੇ ਗਿਣਤੀ 200 ਕਰ ਦਿੱਤੀ ਹੈ, ਪਰ ਜਿਹੜੀਆਂ ਪ੍ਰਾਈਵੇਟ ਵੈਡਿੰਗਸ ਹੈਗੀਆਂ ਉਹਨਾਂ ਤੇ ਉਹਨਾਂ ਨੇ ਛੋਟ ਕੋਈ ਨਹੀਂ ਜੀ ਦਿੱਤੀ, ਉਹ ਹਜੇ ਉਸੇ ਤਰ੍ਹਾਂ ਹੀ ਉਹਨਾਂ ਤੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਪਹਿਲਾਂ ਵਾਂਗ ਹੀ ਲੱਗੀਆਂ ਹੋਈਆਂ ਨੇ। ਔਰ ਕੋਵਿਡ-19 ਦੇ ਜਿਹੜੇ ਕੇਸ ਹੈ ਜੀ, ਮਤਲਬ ਓਵਰਆਲ ਜੇ ਕੇਸ ਦੇਖੇ ਜਾਣ ਤਾਂ ਉਹ 8,108 ਨੇ, ਮੌਤਾਂ ਹੋਈਆਂ ਨੇ 154 ਟੋਟਲ, ਔਰ ਜਿਹੜੇ ਹਸਪੀਟਲ ਦੇ ਵਿੱਚ ਨੇ ਵਿਅਕਤੀ ਉਹ ਹੈ 41, ਜਿਹੜੇ ICU ਵਿੱਚ ਨੇ ਉਹ ਤਕਰੀਬਨ 9 ਵਿਅਕਤੀ ਨੇ, ਤੇ ਰਿਕਵਰ ਹੋ ਚੁੱਕੇ ਜੀ 7407 ਵਿਅਕਤੀ। ਸੋ ਇਹ ਇੱਕ ਕੈਲਗਰੀ ਦੇ ਵਿੱਚ ਕਿਸੇ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਜੀ ਕੋਈ 40 ਵਿਅਕਤੀ ਪੋਜ਼ਿਟਿਵ ਪਾਏ ਗਏ ਨੇ, ਪਰ ਉਹ ਇਹ ਕਿਹਾ ਜਾ ਰਿਹਾ ਜੀ ਵੀ ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕੇ ਵੀ ਉਹ ਹੋਏ ਕਿਉਂ ਆ, ਯਾਨੀ ਕਿ ਟ੍ਰੇਸਿੰਗ ਨਹੀਂ ਹੋ ਸਕੀ ਉਹ ਕੀ ਵਜ੍ਹਾ ਕੀ ਬਣੀ ਹੈ, ਪਰ ਉਹ ਦੱਸਿਆ ਜਾ ਰਿਹਾ ਵੀ ਉੱਥੇ 40 ਵਿਅਕਤੀ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ। ਸੋ ਇਹ ਕੁਝ ਇੱਕ ਸੀ ਜੀ ਕੋਵਿਡ-19 ਦੇ ਨਾਲ ਰਿਲੇਟਡ। ਇੱਕ ਸਾਡੇ ਐਡਮਿੰਟਨ ਤੋਂ ਇੱਕ ਹੋਰ ਖੁਸ਼ਖਬਰੀ ਇਹ ਆ ਜੀ ਵੀ ਸਾਡੇ ਇੱਕ ਨਵੇਂ ਲੈਫਟੀਨੈਂਟ ਗਵਰਨਰ ਜਿਹੜੇ ਇਸਮਾਈਲੀ ਭਾਈਚਾਰੇ ਦੇ ਨਾਲ ਸੰਬੰਧਿਤ ਹੈ, ਸਲਮਾ ਲਖਾਨੀ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਵੱਲੋਂ ਜੀ ਅਪੁਆਇੰਟ ਕੀਤਾ ਗਿਆ ਅਲਬਰਟਾ ਦੇ ਕੀ ਕਹਿੰਦੇ ਨੇ ਲੈਫਟੀਨੈਂਟ ਗਵਰਨਰ
ਭਾਵੇਂ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਇੱਕ ਫਿਗਰ ਹੈਡ ਵਾਲੀ ਗੱਲ ਹੁੰਦੀ ਹੈ ਜੌਬ ਦੀ, ਪਰ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਅਹੁਦਾ ਉਹਨਾਂ ਨੂੰ ਦਿੱਤਾ ਗਿਆ। ਪਹਿਲੀ ਵਾਰੀ ਹੋਇਆ ਕਿ ਕਿਸੇ ਮੁਸਲਿਮ ਔਰਤ ਨੂੰ ਜਿਹੜਾ ਇਹ ਅਹੁਦਾ ਦਿੱਤਾ ਗਿਆ ਹੋਵੇ, ਔਰ ਉਹਦੇ ਤੇ ਜਿਹੜੀਆਂ ਮਾਈਨੋਰਿਟੀਜ਼ ਨੇ, ਬਾਕੀ ਭਾਈਚਾਰਾ, ਉਹ ਸਾਰੇ ਦੇ ਸਾਰੇ ਬੜੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ, ਔਰ ਉਹਨਾਂ ਨੂੰ ਇਸ ਗੱਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸੰਘਾ ਸਾਹਿਬ, ਕੰਮਾਂ ਕਾਰਾਂ ਦੀ ਕੀ ਹਾਲਤ ਹੈ ਇਸ ਵੇਲੇ ਓਵਰਆਲ ਜੀ, ਜਾਂ ਖਾਸ ਕਰ ਆਪਣੀ ਕਮਿਊਨਿਟੀ ਜਿਹੜੇ ਕੰਮ ਜ਼ਿਆਦਾ ਕਰਦੀ ਹੈ ਕੰਸਟਰਕਸ਼ਨ ਦੇ, ਰੈਸਟੋਰੈਂਟਸ ਦੇ, ਹੋਰ ਕੋਈ ਲੀਹ ਤੇ ਆ ਰਿਹਾ ਹੌਲੀ ਹੌਲੀ ਜੀ? ਜਿਸ ਕਾਰਨ ਮੇਰੀ 2 ਦਿਨ ਪਹਿਲਾਂ ਇੱਕ ਰੀਅਲਟਰ ਦੇ ਨਾਲ ਗੱਲਬਾਤ ਹੋਈ ਸੀ। ਉਹ ਦੱਸ ਰਿਹਾ ਸੀਗਾ ਕਿ ਕੁਝ ਜਿਹੜੀਆਂ ਬੈਂਕਿੰਗ ਦੇ ਵਿੱਚ ਚੇਂਜਸ ਆਈਆਂ ਨਾ, ਲਿਆ ਰਹੇ ਨੇ, ਉਹਨਾਂ ਕਰਕੇ ਉਹ ਕਹਿੰਦੇ ਜੀ ਵੀ ਮਾਰਕੀਟ 'ਚ ਹੁਣ ਥੋੜੀ ਐਕਟੀਵਿਟੀ ਪਹਿਲਾਂ ਨਾਲੋਂ ਵਧੀ ਆ। ਅੱਛਾ ਜੀ। ਔਰ ਉਹਦੇ ਵਿੱਚ ਉਹ ਕਹਿੰਦੇ ਵੀ ਨਵੇਂ ਘਰਾਂ ਦੇ ਜਿਹੜੇ ਮਤਲਬ ਬਣਾਉਣ ਲਈ ਜਿਹੜੇ ਲਾਇਸੈਂਸ ਵਗੈਰਾ ਲੋਕਾਂ ਨੂੰ ਪਰਮਿਟ ਮਿਲੇ ਆ, ਉਹਨਾਂ ਦੀ ਗਿਣਤੀ ਵੀ ਕੁਝ ਵਧੀ ਆ। ਸੋ ਇਹਦਾ ਮਤਲਬ ਹੈ ਵੀ ਉਹ ਕੰਮਕਾਰ ਜਿਹੜੇ ਜੀ ਥੋੜੇ ਥੋੜੇ ਮੁੜ ਕੇ ਲੀਹ ਤੇ ਆ ਰਹੇ ਨੇ। ਕਿੰਨੀ ਕੁ ਦੇਰ ਤੱਕ ਚੱਲ ਸਕੇਗਾ ਔਰ ਕਿੰਨਾ ਕੁ ਉਹ ਤੇਜ਼ੀ ਨਾਲ ਵਧੇਗਾ ਜੀ, ਉਹ ਤਾਂ ਕੋਈ ਨਹੀਂ ਜਾਣਦਾ, ਪਰ ਉਹਨਾਂ ਦੇ ਕਹਿਣ ਮੁਤਾਬਕ ਉਹ ਕਹਿੰਦੇ ਜੀ ਵੀ ਪਹਿਲਾਂ ਨਾਲੋਂ ਜਿਹੜੀ ਐਕਟੀਵਿਟੀ ਆ ਉਹ ਜ਼ਰੂਰ ਵਧੀ ਆ। ਜਿਹੜੇ ਦੂਸਰੇ ਆਪਣੇ ਰੀਟੇਲ ਵਾਲੇ ਕੰਮਕਾਰ ਆ ਜੀ, ਉਹਨਾਂ ਦੇ ਵਿੱਚ ਹਜੇ ਉਨੀ ਹਿਲਜੁਲ ਨਹੀਂ ਹੈ। ਹਜੇ ਵੀ ਲੋਕ ਜਿਹੜੇ ਨੇ ਜੀ ਉਹ ਥੋੜੇ ਕੰਨੀ ਕਤਰਾਉਂਦੇ ਆ ਬਾਹਰ ਜਾਣ ਲੱਗੇ। ਠੀਕ ਆ, ਰੋਟੀ ਪਾਣੀ ਖਾਣ ਲਈ ਤਾਂ ਤੁਹਾਨੂੰ ਪਤਾ ਗਰੋਸਰੀ ਤਾਂ ਲਿਆਉਣੀ ਪੈਣੀ ਆ, ਉਹਦੇ ਲਈ ਜਾਂਦੇ ਨੇ। ਬਕਾਇਦਾ ਲੋਕ ਜਿਹੜੇ ਆਪਣੇ ਸੈਨੀਟਾਈਜ਼ਰ ਜਾਂ ਹੱਥ ਸਾਫ਼ ਕਰਦੇ ਨੇ ਬਾਰ-ਬਾਰ, ਉਹਨਾਂ ਗੱਲਾਂ ਦਾ ਧਿਆਨ ਰੱਖ ਕੇ ਹੀ ਜਾਂਦੇ ਨੇ। ਇਸ ਕਰਕੇ ਸਾਰੇ ਕੰਮਕਾਰ ਤਾਂ ਨਹੀਂ ਜੀ, ਪਰ ਕੁਝ ਇੱਕ ਜਿਹੜੇ ਹੈ ਨੇ ਉਹ ਕੰਮਕਾਰ ਆਰੰਭ ਹੋਏ। ਜਿਵੇਂ ਟਰੱਕਿੰਗ ਵਾਲੇ ਵੀ ਨੇ, ਉਹ ਨਾਰਥ ਦੇ ਵਿੱਚ ਜਿੱਧਰ ਫੋਰਟ ਮੈਕਮਰੀ ਵਾਲੀ ਸਾਈਡ ਨੂੰ ਜਿਹੜਾ ਗਏ ਹੋਏ ਨੇ ਕੰਮਾਂ-ਕਾਰਾਂ ਤੇ ਲੋਕ, ਔਰ ਜਾ ਰਹੇ ਨੇ। ਔਰ ਤੁਸੀਂ ਅੱਜ ਜਿਹੜਾ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਜੀ ਵੀ ਉਹਨਾਂ ਨੇ ਗਾਂ ਨੂੰ ਗੱਲਬਾਤ ਨਹੀਂ ਸੁਣਨੀ, ਜਿਹੜੀ ਅਪੀਲ ਸੀਗੀ ਉਹ ਟਰਾਂਸ ਮਾਊਂਟਨ ਪਾਈਪਲਾਈਨ ਦੇ ਅਗੇਂਸਟ, ਉਹ ਵੀ ਇੱਕ ਕਿਸਮ ਦੀ ਖਬਰ ਵਧੀਆ ਜੀ। ਅਲਬਰਟਾ ਲਈ ਗਾਂ ਨੂੰ ਕੰਮਕਾਰ ਜਿਹੜੇ ਨੇ ਚਾਲੂ ਹੋ ਸਕਦੇ ਨੇ। ਸੰਘਾ ਸਾਹਿਬ, ਇੱਕ ਇਮੀਗ੍ਰੇਸ਼ਨ ਬਾਰੇ ਕੋਈ ਅਪਡੇਟ ਹੈ ਜੀ? LMI ਬਾਰੇ ਬਹੁਤ ਸਾਰੇ ਲੋਕ ਜਿਹੜੇ ਇੱਧਰ ਉੱਧਰ BC ਵਰਗੇ ਪ੍ਰੋਵਿੰਸਿਸ ਦੇ ਵਿੱਚ ਔਖਾ ਹੁੰਦਾ ਸੀ ਪੱਕੇ ਹੋਣਾ, ਉਹ ਇੱਧਰ ਚਲੇ ਜਾਂਦੇ ਸੀ ਅਲਬਰਟਾ ਵੱਲੋਂ। ਇੱਥੇ ਕੋਈ ਅਪਡੇਟ ਹੈ ਜੀ ਵੀ ਉਹ ਚੱਲ ਰਿਹਾ ਉਸੇ ਤਰ੍ਹਾਂ ਕੰਮ? ਜਿਸ ਕਾਰਨ ਜੀ ਉਹਦੀ ਮੈਂ ਹਜੇ ਮੈਨੂੰ ਪੂਰੀ ਡਿਟੇਲ ਨਹੀਂ, ਪਰ ਮੈਂ ਖਬਰ ਉਹ ਜ਼ਰੂਰ ਸੁਣੀ ਜ਼ਰੂਰ ਹੈਗੀ ਆ, ਪਰ ਮੈਂ ਉਹਦੀ ਡਿੱਗ ਨਹੀਂ ਪੂਰਾ ਕੀਤਾ ਹਜੇ ਇਨਫੋਰਮੇਸ਼ਨ, ਕਿਉਂਕਿ ਤੁਹਾਨੂੰ ਪਤਾ ਜਿਉਂ-ਜਿਉਂ ਅਨਐਮਪਲੋਇਮੈਂਟ ਇੱਥੇ ਸੂਬੇ ਦੇ ਵਿੱਚ ਵਧੀ ਆ, ਤੇ ਇਸ ਕਰਕੇ ਉਹ ਅਨਐਮਪਲੋਇਮੈਂਟ ਵਧਣ ਕਰਕੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਜੇ ਅਸੀਂ ਇੱਥੋਂ ਵਾਲੇ ਬੰਦੇ ਜਿਹੜੇ ਪਹਿਲਾਂ ਆਏ ਹੋਏ ਆ ਉਹਨਾਂ ਨਾਲ ਹੀ ਐਡਜਸਟ ਕਰਕੇ ਦੇਖੀਏ ਤੇ ਚੰਗੀ ਗੱਲ ਆ, ਰਾਦਰ ਦੈਨ ਕਿ ਹੋਰ ਲੋਕਾਂ ਨੂੰ ਇੱਥੇ ਲਿਆਈਏ ਤੇ ਕੰਮਾਂ-ਕਾਰਾਂ ਲਈ ਫਿਰ ਹੋਰ ਨਾ ਪ੍ਰੋਬਲਮ ਖੜੀ ਹੋਵੇ। ਪਰ ਮੈਂ ਉਹ ਪੂਰੀ ਹਜੇ ਜੀ ਉਹ ਪੂਰੀ ਖਬਰ ਜਿਹੜੀ ਆ ਡਿੱਗ ਨਹੀਂ ਕੀਤੀ ਆ, ਅਗਲੀ ਵਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੰਘਾ ਸਾਹਿਬ, ਜਿਹੜੇ ਪਾਰਕਸ ਵਗੈਰਾ ਨੇ ਇਹ ਜਾਂ ਰੈਕ ਸੈਂਟਰ ਨੇ, ਇਹ ਐਡਮਿੰਟਨ ਦੇ ਵਿੱਚ ਖੁੱਲ੍ਹ ਚੁੱਕੇ ਆ, ਜਾਂ ਜਿਹੜੇ ਸਿਨੇਮੇ ਨੇ? ਸਿਨੇਮੇ ਜਿਹੜੇ ਆ ਜੀ ਉਹ ਖੁੱਲ੍ਹ ਚੁੱਕੇ ਨੇ, ਪਰ ਜਿਹੜੇ ਪਾਰਕਸ ਵੀ ਖੁੱਲ੍ਹੇ ਆ, ਪਰ ਰੈਕ ਸੈਂਟਰ ਜਿੱਥੇ ਆਮ ਲੋਕ ਜਾ ਕੇ ਪੂਲ ਦੇ ਵਿੱਚ ਨਹਾਉਂਦੇ ਜਾਂ ਐਕਸਰਸਾਈਜ਼ ਵਗੈਰਾ ਕਰਨ ਜਾਂਦੇ ਜੀ, ਉਹ ਹਜੇ ਨਹੀਂ ਖੁੱਲ੍ਹੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਖੁੱਲ੍ਹ ਜਾਣ, ਪਰ ਉਹਨਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਜਦੋਂ ਜੇ ਉਸ ਤਰ੍ਹਾਂ ਦਾ ਨਹੀਂ ਨਾ ਤੁਸੀਂ ਡਿਸਟੈਂਸ ਵਗੈਰਾ ਰੱਖ ਸਕਦੇ ਤਾਂ ਥੋੜ੍ਹੀਆਂ ਮੁਸ਼ਕਲਾਂ ਆਉਂਦੀਆਂ ਜੀ। ਜਾਣ ਵਾਲਿਆਂ ਨੂੰ ਵੀ ਨਹੀਂ ਉੱਥੇ ਫਿਰ ਮਜ਼ਾ ਆਉਂਦਾ, ਕਿਉਂਕਿ ਅੱਗੇ ਲੋਕ ਬਹੁਤ ਸਾਰੇ ਲੋਕ ਤਾਂ ਜੀ ਉੱਥੇ ਸੋਸ਼ਲ ਗੈਦਰਿੰਗ ਲਈ ਜਾਂਦੇ ਆ ਵੀ ਨਾਲੇ ਐਕਸਰਸਾਈਜ਼ ਹੋ ਜੂ ਨਾਲੇ ਗੱਪਸ਼ਪ ਹੋ ਜਾਂਦੀ ਸੀਗੀ। ਕੀ ਹੁਣ ਇਸ ਵੇਲੇ ਹੈਗਾ COVID-19 ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਇਹਨੂੰ ਲੋਕਾਂ ਨੇ ਨੋਰਮਲ ਲੈਣਾ ਸ਼ੁਰੂ ਕਰ ਦਿੱਤਾ ਵੀ ਇਹ ਠੀਕ ਹੈ, ਇਹ ਸੀਗਾ ਜਿਹੜਾ ਲੰਘ ਗਿਆ। ਅਮਰੀਕਾ ਦੇ ਵਿੱਚ ਕੇਸ ਵੱਧ ਰਿਹਾ, ਪਰ ਸਾਡੇ ਕੈਨੇਡਾ 'ਚ ਠੀਕ ਠਾਕ ਆ। ਲੋਕਾਂ ਦਾ ਕੀ ਇਸ ਵੇਲੇ ਜਿਹੜਾ ਰਿਐਕਸ਼ਨ ਆ ਇਹਨੂੰ ਲੈ ਕੇ ਜੀ? ਗੱਲ ਏਦਾਂ ਹੁੰਦੀ ਹੈ ਜੀ, ਜਿਸ ਕਾਰਨ ਜੀ ਜਦੋਂ ਤਾਂ ਕੋਈ ਗੱਲਬਾਤ ਦੂਰ ਵਾਪਰਦੀ ਹੈ ਤਾਂ ਲੋਕਾਂ ਨੂੰ ਲੱਗਦਾ ਵੀ ਨਹੀਂ ਸਾਡੇ ਸਭ ਠੀਕ ਆ, ਪਰ ਜਦੋਂ ਕੋਈ ਗੱਲਬਾਤ ਨੇੜੇ ਵਾਪਰ ਜਾਂਦੀ ਫਿਰ ਲੋਕ ਸਾਰੇ ਉਸੇ ਤਰ੍ਹਾਂ ਹੀ ਫੇਰ ਸਹਿਮ ਜਾਂਦੇ ਨੇ ਵੀ ਅੱਛਾ ਆਹ ਗੱਲ ਇੱਥੇ ਹੋ ਗਈ ਆ, ਤੇ ਉਹ ਉਸੇ ਤਰ੍ਹਾਂ ਹੀ ਫੇਰ ਜਿਵੇਂ ਕਹਿੰਦੇ ਹੁੰਦੇ ਨਾ ਵੀ ਆਪਣਾ ਪੂਰਾ ਧਿਆਨ ਰੱਖਣ ਲੱਗ ਪੈਂਦੇ ਆ। ਸਾਰੇ ਚਿੰਤਤ ਆ। ਹਜੇ ਗਾਹਾਂ ਨੂੰ ਸਕੂਲ ਵੀ ਉਹਨਾਂ ਨੇ ਕਿਹਾ ਸੀ ਵੀ ਬੱਚਿਆਂ ਨੂੰ ਸਕੂਲੇ ਭੇਜ ਦਿਓ, ਪਰ ਪੇਰੈਂਟਸ ਜਿਹੜੇ ਆ ਉਹ ਇਸ ਗੱਲਬਾਤ ਬਾਰੇ ਹੁਣ ਸੋਚ ਰਹੇ ਆ ਵੀ ਕੀ ਬੱਚਿਆਂ ਨੂੰ ਅਸੀਂ ਭੇਜਾਂਗੇ ਜਦੋਂ ਸਕੂਲ ਖੁੱਲ੍ਹਦੇ ਆ ਜੀ। ਸੋ ਲੋਕੀ ਤੁਹਾਨੂੰ ਪਤਾ ਹਜੇ
ਇਫੀ ਜਿਹੀ ਸਿਚੁਏਸ਼ਨ ਆ, ਇਹ ਨਹੀਂ ਵੀ ਪੂਰਾ ਉਹਨਾਂ ਨੂੰ ਕੌਨਫੀਡੈਂਸ ਆ ਵੀ ਹਾਂ ਜੀ ਗੱਲਬਾਤ ਖਤਮ ਹੋ ਗਈ ਹੈ, ਇਦਾਂ ਦੀ ਨਹੀਂ ਹੈ। ਜੀ ਸੰਘਾ ਸਾਹਿਬ, ਕੋਈ ਗੱਲਬਾਤ, ਕੋਈ ਸੁਨੇਹਾ ਜਿਹੜਾ ਤੁਸੀਂ ਆਖਰ ਦੇ ਵਿੱਚ ਦੇਣਾ ਚਾਹੋ, ਜਾਂ ਕੋਈ ਗੱਲਬਾਤ ਜਿਹੜੀ ਰਹਿ ਗਈ ਹੋਵੇ ਜੀ? ਬਹੁਤ ਬਹੁਤ ਧੰਨਵਾਦ ਜਸਕਰਨ ਜੀ। ਦੇਖੋ ਗੱਲ ਇਹ ਆ ਜੀ ਵੀ ਕੈਨੇਡਾ ਡੇ ਲੰਘ ਕੇ ਗਿਆ, ਇਹਦੇ ਤੇ ਬਹੁਤ ਵਧੀਆ ਮੈਸੇਜ ਸੀ ਦੁਨੀਆ ਦੇ ਕਿ ਦੇਖੋ ਅਸੀਂ ਇੱਕ ਬਹੁਤ ਵਧੀਆ ਦੇਸ਼ ਦੇ ਵਿੱਚ ਆ ਕੇ ਬੈਠੇ ਆ, ਇਹਦੇ ਵਿੱਚ ਪੂਰੀ ਸਿਕਿਉਰਿਟੀ ਆ, ਬੱਚਿਆਂ ਦਾ ਭਵਿੱਖ ਸਿਕਿਉਰ ਆ। ਜਦੋਂ ਆਪਾਂ ਕੰਪੇਅਰ ਕਰਦੇ ਨਾ ਜੀ ਉਹਨਾਂ ਦੇਸ਼ਾਂ ਨੂੰ, ਜਿਹੜੇ ਦੇਸ਼ਾਂ ਨੂੰ ਆਪਾਂ ਛੱਡ ਕੇ ਆਏ ਆ, ਤਾਂ ਉਹ ਵਾਕਿਆ ਇਦਾਂ ਲੱਗਦਾ ਵੀ ਆਪਾਂ ਬਹਿਸ਼ਤ ਵਿੱਚ ਬੈਠੇ ਆ। ਹੋਰ ਇਦੋਂ ਗਾਂਹ ਵਾਲਾ ਬਹਿਸ਼ਤ ਕਿਸੇ ਨੇ ਮੇਰਾ ਖਿਆਲ ਦੇਖਿਆ ਨਹੀਂ। ਸੋ ਇਹਨੂੰ ਇਸੇ ਤਰ੍ਹਾਂ ਹੀ ਬਣਾਈ ਰੱਖੀਏ, ਚੰਗਾ ਰੱਖੀਏ ਤੇ ਇੰਜੋਏ ਕਰੀਏ ਤੇ ਬੱਚਿਆਂ ਨੂੰ ਜਿਹੜਾ ਜੀ ਪ੍ਰਫੁੱਲਤ ਹੋਣ ਦਈਏ। ਬਹੁਤ ਬਹੁਤ ਸ਼ੁਕਰੀਆ ਸੰਘਾ ਸਾਹਿਬ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।